ਜਿਵੇਂ ਮੈਂ ਜ਼ਿਕਰ ਕੀਤਾ ਕਿ ਬਹੁਤ ਉਤਸ਼ਾਹ ਰਹਿੰਦਾ ਹਰ ਇੱਕ ਨੂੰ ਜਾਣਨ ਦੇ ਲਈ ਕਿ ਆਖਰਕਾਰ ਸਾਡਾ ਦਿਨ ਕਿਵੇਂ ਦਾ ਹੋਣਾ ਹੈ, ਸਾਡਾ ਪੂਰਾ ਹਫਤਾ ਕਿੱਦਾਂ ਦਾ ਹੋਣਾ ਹੈ ਜਾਂ ਸਾਲ ਕਿਵੇਂ ਦਾ ਹੋਣਾ ਹੈ। ਤਾਂ ਉਹ ਵੀ ਛੋਟੀ ਛੋਟੀ ਝਲਕਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਤੋਂ ਅਸੀਂ ਜਾਣ ਲਈਏ ਕਿ ਕਿਸ ਤਰੀਕੇ ਦਾ ਇਹ ਸਾਲ ਹੋਏਗਾ। ਤਾਂ ਪਹਿਲਾਂ ਜੇਕਰ ਵਿਸ਼ਵ ਪੱਧਰ ਤੇ ਅਸੀਂ ਜਾਣੀਏ ਕਿ ਸਾਲ 2026 ਆਖਰਕਾਰ ਕੀ ਨਵਾਂ ਲੈ ਕੇ ਆ ਰਿਹਾ ਹੈ। ਹਾਂਜੀ, ਦੇਖिए इदा है कि लाइफ ਦੇ ਵਿੱਚ ਜਦ ਵੀ ਆਪਾਂ ਗੱਲ ਕਰਦੇ ਆ ਤਾਂ एवरीथिंग हैज अ बिगिनिंग एंड एवरीथिंग हैज एन एंड है ना। ਜੇ ਆਪਾਂ ਹੁਣ ਇੱਕ ਨੰਬਰ ਦੀ ਗੱਲ ਕਰੀਏ ਤੇ ਇੱਕ ਨੰਬਰ ਜਦ ਆਪਾਂ ਅੰਕ ਜੋਤਿਸ਼ ਦੇ ਹਿਸਾਬ ਦੇ ਨਾਲ ਦੇਖਦੇ ਆ ਤੇ ਉਹ ਇੱਕ ਸ਼ੁਰੂਆਤ ਦਾ ਮਤਲਬ ਅੰਕ ਮੰਨਦੇ ਆ ਔਰ ਉਹ ਸੂਰਜ ਦਾ ਪ੍ਰਤੀਕ ਉਹਨੂੰ ਮੰਨਿਆ ਜਾਂਦਾ ਹੈ। ਐਵੇਂ ਜਦ ਆਪਾਂ 9 ਨੰਬਰ ਦੀ ਗੱਲ ਕਰਦੇ ਆ ਤੇ 9 ਨੰਬਰ ਇਜ਼ ਅ ਕੰਪਲੀਸ਼ਨ, ਯਾਨੀ ਕਿ ਆਪਾਂ ਜੋ ਵੀ ਆਪਣੇ ਕਰਮ ਕਰਦੇ ਉਹਦਾ ਆਪਾਂ ਕੰਪਲੀਟ ਕਰਕੇ ਫਿਰ ਆਪਾਂ ਵਿਲ ਹੈਵ ਅ ਨਿਊ ਬਿਗਨਿੰਗ। ਸੋ ਵੈਨ ਵੀ ਟਾਕ ਅਬਾਊਟ 2025 ਜਿਹੜਾ ਕਿ ਹੁਣ ਸਾਡਾ ਗਿਆ ਹੈ, ਜਿਹੜਾ ਕਿ 9 ਨੰਬਰ ਬਣਦਾ ਹੈ। ਸੋ ਬਹੁਤ ਚੀਜ਼ਾਂ ਆਪਾਂ ਦੇਖੀਆਂ, ਬੜੇ ਉਤਾਰ ਚੜਾਵ ਵਿਸ਼ਵ ਰੂਪ ਤੇ ਆਏ, so many accidents happened and so many things actually played a very not a very great year in totality if we see. But ਜੇ ਹੁਣ ਆਪਾਂ 2026 ਦੀ ਗੱਲ ਕਰੀਏ, definitely it is going to give us a more stability, it is going to give us a more better view. And also ਜਦ 2026 ਦੀ ਆਪਾਂ ਗੱਲ ਕਰਦੇ ਸ਼ੁਰੂਆਤ ਵਿੱਚ 2 ਤੋਂ 3 ਮਹੀਨੇ ਜਿਹੜੇ ਰਹਿਣਗੇ ਉਹ ਥੋੜਾ ਜਿਹਾ ਉਤਾਰ ਚੜਾਵ ਦੇ ਰਹਿਣਗੇ, ਬਟ ਉਹਦੇ ਬਾਅਦ ਪੋਲੀਟੀਕਲ ਤਰੀਕੇ ਤੇ ਵੀ ਅਸੀਂ ਦੇਖੀਏ ਤਾਂ ਸਟੇਬਿਲਿਟੀ ਡੈਫੀਨੇਟਲੀ ਆਏਗੀ। ਔਰ ਆਲਸੋ ਇਹ ਸਾਲ ਬਹੁਤ ਹੀ ਵਧੀਆ ਰਹੇਗਾ ਨੇ, ਕਿਤੇ ਨਾ ਕਿਤੇ ਰਿਸ਼ਤੇ ਪਿੱਛੇ ਛੁੱਟ ਜਾਂਦੇ ਆ, ਰਾਈਟ, ਐਂਡ ਵੀ ਕਾਈਂਡ ਆਫ ਨੋ ਆਰ ਟਰਬਲਸ ਕੀ ਨਹੀਂ ਸਾਡੇ ਸੇ ਇਹ ਗਲਤੀਆਂ ਹੋ ਗਈਆਂ। ਸੋ ਇਹ ਨਿਊ ਬਿਗਨਿੰਗਸ ਦਾ ਸਾਲ ਰਹੇਗਾ ਜਿੱਥੇ ਆਪਾਂ ਕੋਈ ਸ਼ੁਰੂਆਤ ਕਰਨਾ ਚਾਹੁੰਦੇ ਆ, ਕੋਈ ਆਪਣਾ ਕੋਈ ਵੀ ਚੀਜ਼ ਦੀ ਆਪਣਾ ਬਿਜ਼ਨਸ ਦੀ ਸ਼ੁਰੂਆਤ ਕਰਨੀ ਹੈ, ਆਪਾਂ ਕੋਈ ਸਟੱਡੀ ਕਰਨ ਵਾਸਤੇ ਅਬਰੋਡ ਜਾਣਾ ਹੈ, ਵੀ ਸੇ ਕਿ ਨਹੀਂ ਬਹੁਤ ਹੋ ਗਿਆ, ਨਾਓ ਆਈ ਡੋਂਟ ਵਾਂਟ ਟੂ ਲਿਵ ਮਾਈ ਓਲਡ ਸੈਲਫ, ਇਟ ਸ਼ੁੱਡ ਬੀ ਮਾਈ ਨਿਊ ਸੈਲਫ। ਸੋ ਇਟ ਇਜ਼ ਅ ਵੈਰੀ ਬਿਊਟੀਫੁਲ ਈਅਰ ਵਿਦ ਅ ਨਿਊ ਬਿਗਨਿੰਗਸ। ਬਿਲਕੁਲ, ਯਾਨੀ ਕਿ ਜੇਕਰ ਕੋਈ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਇਸ ਸਾਲ ਤਾਂ ਕਰ ਸਕਦਾ ਹੈ, ਤਾਂ ਉਹ ਸਕਸੈਸ ਕਿਤੇ ਨਾ ਕਿਤੇ ਮਿਲ ਸਕਦੀ ਹੈ। 100% ਬਹੁਤ ਕਾਫੀ ਰਿਲੀਫ ਹੋਏਗਾ ਇਸ ਸਾਲ ਤੋਂ। ਜਿਹੜਾ ਇਹ ਸਾਲ ਸਾਡਾ ਸ਼ੁਰੂ ਹੋਏਗਾ 2026 ਬਹੁਤ ਹੀ ਖੂਬਸੂਰਤ ਸਾਲ ਰਹੇਗਾ। ਪਲੱਸ ਇਫ ਯੂ ਟੋਟਲ ਦਿਸ ਈਅਰ ਇਹ ਨੰਬਰ 1 ਆਉਂਦਾ ਹੈ। ਸੋ ਨੰਬਰ 1 ਇਜ਼ ਆਲਵੇਜ਼ ਅ ਨੰਬਰ ਆਫ ਲੀਡਰਸ਼ਿਪ, ਰਾਈਟ। ਔਰ ਜੇ ਆਪਾਂ ਇਹਨੂੰ ਜੋਤਿਸ਼ ਦੇ ਆਧਾਰ ਦੇ ਵਿੱਚ ਜੋੜੀਏ ਤੇ ਇਹ ਸੂਰਜ ਦਾ ਪ੍ਰਤੀਕ ਹੈ। ਐਂਡ ਸੂਰਜ ਇੱਕ ਇਹੋ ਜਿਹਾ ਗ੍ਰਹਿ ਹੈ ਜਿਹੜਾ ਸਾਨੂੰ ਕਿ ਰੋਸ਼ਨੀ ਦਿੰਦਾ ਔਰ ਸਾਡੇ ਅੰਦਰੋਂ ਵੀ ਸਮਟਾਈਮਸ ਆਪਾਂ ਨੂੰ ਬੜੀ ਕਨਫਿਊਜ਼ਨਸ ਹੁੰਦੀਆਂ, ਡਿਲੂਜ਼ਨਸ ਹੁੰਦੀਆਂ, ਬੜੀਆਂ ਚੀਜ਼ਾਂ ਆਪਾਂ ਆਪਣੇ ਆਪ 'ਚ ਡਿਸਾਈਡ ਨਹੀਂ ਕਰ ਪਾਉਂਦੇ। ਸੋ a new kind of an energy you would feel this year will give you. So definitely a big relief for this ਬਿਲਕੁਲ, year. ਇਹ ਤਾਂ ਤੁਸੀਂ ਦੱਸਿਆ ਕਿ ਨਵੀਂ ਸ਼ੁਰੂਆਤ ਹੋ ਸਕਦੀ ਹੈ, ਪਰ ਖਾਸ ਇਹ ਹੁੰਦਾ ਹੈ ਕਿ ਧਿਆਨ ਕਿੰਨਾ ਚੀਜ਼ਾਂ ਦਾ ਰੱਖਣਾ ਹੈ, ਕਿਉਂਕਿ ਜਿਹੜੀ ਚੀਜ਼ ਆਉਣੀ ਹੈ ਉਹ ਤੇ ਆਈ ਜਾਣੀ ਹੈ, ਪਰ ਧਿਆਨ ਕਿੰਨਾ ਚੀਜ਼ਾਂ ਦਾ ਰੱਖਣਾ ਜ਼ਰੂਰੀ ਹੈ। ਦੇਖੇ ਜੇ ਇਹਦੇ ਵਿੱਚ ਧਿਆਨ ਦੀ ਗੱਲ ਕਹੀਏ ਤਾਂ ਸਭ ਤੋਂ ਪਹਿਲਾਂ ਜਿਹੜੇ ਪਹਿਲੇ 3 ਮਹੀਨੇ ਰਹਿਣਗੇ ਹਨਾ, ਸੋ ਕੋਈ ਵੀ ਬਹੁਤੀ ਤੇਜ਼ੀ ਨਾਲ ਡਿਸੀਜਨ ਨਹੀਂ ਲੈਣਾ। ਤੇ ਫਾਦਰ ਦੇ ਨਾਲ ਜਿਹੜਾ ਜੇ ਤੁਸੀਂ ਆਪਣੇ ਫਾਦਰ ਦਾ ਆਸ਼ੀਰਵਾਦ ਲੈਂਦੇ ਹੋ ਔਰ ਫਾਦਰ ਦੇ ਨਾਲ ਤੁਹਾਡਾ ਰਿਲੇਸ਼ਨਸ਼ਿਪ ਅੱਛਾ ਹੈ, ਸੋ ਇਹ ਤੁਹਾਨੂੰ ਬਹੁਤ ਫਾਇਦਾ ਰਹੇਗਾ। ਸੋ ਮਤਭੇਦ ਫਾਦਰ ਦੇ ਨਾਲ ਜਿੰਨਾ ਤੁਸੀਂ ਘੱਟ ਕਰ ਸਕਦੇ ਹੋ ਕਰੋ। ਸੋ ਇਹਦੇ ਨਾਲ ਡੈਫੀਨੇਟਲੀ ਤੁਹਾਨੂੰ ਬਹੁਤ ਹੈਲਪ ਹੋਏਗੀ। ਔਰ ਦੂਸਰੀ ਜਿਹੜੀ ਚੀਜ਼ ਤੁਸੀਂ ਇਸ ਟਾਈਮ ਬਹੁਤ ਜ਼ਿਆਦਾ ਧਿਆਨ ਵਿੱਚ ਰੱਖਣੀ ਹੈ in 2026, ਉਹ ਇਹ ਹੈਗੀ ਹੈ ਕਿ you should never get into any legal troubles. ਸੋ ਜੇ ਤੁਹਾਡੀਆਂ ਕੋਈ ਲੀਗਲ, ਜਦੋਂ ਤੁਸੀਂ ਕਿਸੇ ਤੇ ਤੁਹਾਨੂੰ ਕੋਈ ਗੁੱਸਾ ਆ ਗਿਆ, ਤੁਸੀਂ ਕਹਿੰਦੇ ਹੁਣ ਤਾਂ ਮੈਂ ਇਸ ਤੇ ਕੇਸ ਕਰਨਾ ਹੀ ਕਰਨਾ, ਸੋ ਉਹ ਕੋਸ਼ਿਸ਼ ਕਰੋ ਕਿ ਪਹਿਲੇ 3 ਮਹੀਨੇ ਅਵੋਇਡ ਕਰੋ ਕਿਸੇ ਵੀ ਤਰ੍ਹਾਂ ਦੇ ਮਤਭੇਦ ਤੋਂ। ਤਾਂ ਜਿੰਨਾ ਤੁਸੀਂ ਆਪਣੇ ਅੰਦਰ ਪੀਸ ਦੇ ਨਾਲ ਆਪਣੇ ਨਾਲ ਜੁੜੋਗੇ ਔਰ ਆਪਣਿਆਂ ਨਾਲ ਜੁੜੋਗੇ, ਤੁਹਾਡੇ ਲਈ ਕਾਫੀ ਅੱਛਾ ਸਾਬਿਤ ਹੋਏਗਾ। ਬਿਲਕੁਲ, ਸ਼ਾਂਤੀ ਤਾਂ ਵੈਸੇ ਕਹਿੰਦੇ ਆ ਕਿ ਚੰਗੀ ਹੀ ਹੁੰਦੀ ਹੈ, ਕੇਸ ਕੁਛ ਤਾਂ ਫਿਰ ਪਵਾੜੇ ਦਾ ਹੀ ਘਰ ਹੁੰਦੇ ਨੇ। ਪਰ ਜੇਕਰ ਅਸੀਂ ਪੰਜਾਬ ਦੇ ਐਂਗਲ ਤੋਂ ਦੇਖੀਏ ਤਾਂ ਪੰਜਾਬ ਦੇ ਲਈ ਖਾਸ ਤੌਰ ਦੇ ਉੱਤੇ ਕਿਸ ਤਰੀਕੇ ਦਾ ਰਹਿਣ ਵਾਲਾ ਹੈ, ਚਾਹੇ ਉਹ ਪੋਲੀਟੀਕਲ ਅਸੀਂ ਲਗਾ ਲਈਏ ਜਾਂ ਵੈਸੇ ਆਲ ਓਵਰ। ਦੇਖिए ਪੋਲੀਟੀਕਲੀ ਜੇ ਪੰਜਾਬ ਦੀ ਗੱਲ ਕਰੀਏ ਤੇ ਹਾਲੇ ਪਹਿਲੇ 6 ਮੰਥਸ ਦਾ ਆਈ ਡੋਂਟ ਸੀ ਮਚ ਚੇਂਜਸ, ਕਿਉਂਕਿ ਰਾਹੂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈਗਾ। ਰਾਹੂ ਇਜ਼ ਇਨ ਇਕੁਏਰੀਅਸ ਔਰ ਜਦ ਵੀ ਰਾਹੂ ਇਕੁਏਰੀਅਸ ਦੇ ਵਿੱਚ ਆਉਂਦਾ ਤੇ ਕਾਫੀ ਐਕਟੀਵੇਟ ਕਰ ਦਿੰਦਾ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜੀਆਂ ਕਿ ਕਨਫਿਊਜ਼ਨ ਬਣਦੀਆਂ ਹੈ ਨਾ। ਜਿਹੜਾ ਆਪਾਂ ਕਹਿੰਦੇ ਹਾਂ ਕਿ ਜਿਹੜੇ ਵੀ ਸਾਡੇ ਇੱਕ ਰੂਲਸ ਜਿਹੜਾ ਆਪਾਂ ਫੋਲੋ ਕਰਦੇ ਹਾਂ, ਲਾਈਕ ਵੈਨ ਯੂ ਕਮ ਟੂ ਦਾ ਸਮ ਡਿਵੈਲਪਡ ਕੰਟਰੀਜ਼, ਤੁਹਾਨੂੰ ਰੂਲਸ ਬੜੇ ਚੰਗੀ ਤਰੀਕੇ ਦੇ ਨਾਲ ਫੋਲੋ ਕਰਨੇ ਪੈਂਦੇ ਆ। ਸੋ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਰੂਲਸ ਫੋਲੋ ਹੋਣਗੇ ਉਹ ਮਤਲਬ ਇਟ ਇਜ਼ ਨਾਟ ਗੋਇੰਗ ਟੂ ਬੀ ਵੈਰੀ ਗ੍ਰੇਟ ਸਿਨੈਰੀਓ। ਸੋ ਉਹ ਪਹਿਲੇ 6 ਮੰਥਸ ਦਾ ਇਟਸ ਗੋਇੰਗ ਟੂ ਬੀ ਦ ਸੇਮ। ਉਹਦੇ ਬਾਅਦ ਪੋਲੀਟੀਕਲ ਸਟੇਬਿਲਿਟੀ ਇਜ਼ ਡੈਫੀਨੇਟਲੀ ਸੀਨ। ਯੈਸ, ਓਕੇ, ਵੈਸੇ ਇੱਕ ਇਹ ਵੀ ਹੁੰਦਾ ਕਿ ਜਿਵੇਂ ਸਾਲ 2020 ਦੇ ਵਿੱਚ
ਕਾਫੀ ਕੁਝ ਹੋ ਗਿਆ ਸੀ, ਕਰੋਨਾ ਵੀ ਆ ਗਿਆ ਸੀ, ਕਾਫੀ ਅੰਦੋਲਨ ਵੀ ਜਿਹੜਾ ਹੈ ਭਾਰਤ ਦੇ ਵਿੱਚ ਹਾਲਾਂਕਿ ਦੇਖਣ ਦੇ ਲਈ ਮਿਲਿਆ ਸੀਗਾ, ਤੇ ਉਸ ਤਰੀਕੇ ਤੋਂ ਕੋਈ ਇਸ ਤਰੀਕੇ ਕੋਈ ਜਿਹੜੀ ਕੋਈ ਭਿਆਨਕ ਬਿਮਾਰੀ ਜਾਂ ਕੋਈ ਵਾਇਰਸ ਜਾਂ ਐਸੀ ਤਾਂ ਕੋਈ ਸਥਿਤੀ ਇਸ ਵਾਰ ਸਾਲ 2026 ਚ ਨਜ਼ਰ ਨਹੀਂ ਆ ਰਹੀ? ਨਹੀਂ 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 ਨਹੀਂ, ਐਸੀ ਤਾਂ ਕੋਈ ਚੀਜ਼ ਨਜ਼ਰ ਨਹੀਂ ਆ ਰਹੀ, ਬਟ ਦਾ ਓਨਲੀ ਥਿੰਗ ਇਜ਼ ਕਿ ਜਿੱਦਾਂ ਹੁਣ ਜਦ ਦੇਖੋ, ਜਦ ਵੀ ਬੇਸਿਕਲੀ ਕੀ ਹੁੰਦਾ ਹੈ, ਜਦ ਰਾਹੂ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਸਾਡੇ ਕਿਸੇ ਵੀ ਹੋਰੋਸਕੋਪ ਦੇ ਵਿੱਚ ਜਾਂ ਇੱਕ ਟ੍ਰਾਂਜ਼ਿਟ ਵਿੱਚ ਜੇ ਆਪਾਂ ਗੱਲ ਕਰੀਏ, ਤੇ ਇਹ ਨਾ ਬੜਾ ਕਨਫਿਊਜ਼ਨ ਦਾ ਤੌਰ ਬਣਾਉਂਦਾ ਹੈ, ਰਾਈਟ? ਤੁਸੀਂ ਫੜ ਨਹੀਂ ਪਾਉਂਦੇ ਕਿ ਪ੍ਰੋਬਲਮ ਕੀ ਹੈਗੀ ਹੈ, ਤੁਸੀਂ ਉਹਦੇ ਇਰਦ ਗਿਰਦ ਘੁੰਮਦੇ ਰਹੋਗੇ, ਬਟ ਦੈਨ ਯੂ ਵੁੱਡ ਨਾਟ ਫਾਈਂਡ ਆਊਟ ਵਾਟ ਇਜ਼ ਦਾ ਪ੍ਰੋਬਲਮ। ਸੋ ਸੇਮ ਥਿੰਗ ਵਿਲ ਹੈਪਨ ਫॉर द फर्स्ट 3 ਮੰਥਸ, ਕਿ ਮਤਲਬ ਜਿੱਦਾਂ ਫੂਡ ਡਲਟ੍ਰੇਸ਼ਨ ਵੱਧ ਸਕਦੀ ਹੈ ਇਹਦੇ ਵਿੱਚ ਜੇ ਆਪਾਂ ਕਹੀਏ ਤਾਂ, ਹੈ ਨਾ? ਸੋ ਟਰੈਵਲਿੰਗ ਦੇ ਵਿੱਚ ਜਦੋਂ ਤੁਸੀਂ ਜਾ ਰਹੇ ਹੋ ਤੁਹਾਨੂੰ ਜ਼ਿਆਦਾ ਫਾਇਦੇ ਨਹੀਂ ਮਿਲ ਸਕਦੇ ਪਹਿਲੇ 3 ਮੰਥਸ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜ਼ਿਆਦਾ ਪ੍ਰੋਮਿਸਿੰਗ ਨਹੀਂ ਲੱਗ ਰਹੀਆਂ, ਬਟ ਜੇ ਤੁਸੀਂ ਬਾਕੀ ਚੀਜ਼ਾਂ ਦੇ ਉੱਪਰ ਕੰਮ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਇਹ ਸਾਲ ਤੁਹਾਨੂੰ ਸਟੇਬਲ ਕਰ ਸਕਦਾ ਹੈ। ਬਿਲਕੁਲ। ਇੱਕ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਜੇ ਕਿਸੇ ਨੇ ਚਿੰਤਾ ਵਧਾ ਰੱਖੀ ਹੈ ਤਾਂ ਸੋਨੇ ਚਾਂਦੀ ਦੇ ਰੇਟ ਨੇ ਵੀ ਵਧਾ ਰੱਖੀ ਹੈ, ਕਿਉਂਕਿ 1.5 ਲੱਖ ਤੋਂ ਪਾਰ ਕਹਿੰਦੇ ਹੁਣ ਹੋ ਚੁੱਕਿਆ ਹੈ, ਉਹਦੇ 'ਚ ਕੁਝ ਅਸਾਰ ਹੈ? ਨਹੀਂ ਨਹੀਂ ਨਹੀਂ, ਸੋਨਾ ਬਿਲਕੁਲ ਘਟੇਗਾ ਨਹੀਂ ਹਲੇ। ਸੋਨਾ ਦੀ ਜਿਹੜੀ ਕੀਮਤ ਹੈਗੀ ਹੈ ਉਹ ਐਟਲੀਸਟ ਨੈਕਸਟ ਅਕਤੂਬਰ ਤੱਕ, ਜਿਹੜਾ ਇਹ ਆਉਣ ਵਾਲਾ ਅਕਤੂਬਰ ਤੱਕ ਹੈ, ਇਹ ਇੱਥੇ ਹੀ ਰਹੇਗੀ, ਇਸ ਤੋਂ ਘਟੇਗੀ ਨਹੀਂ। ਇਟ ਕੈਨ ਬੀ ਇਨਕਰੀਜ਼ਡ ਬਟ ਇਟ ਵਿਲ ਨੈਵਰ ਬੀ ਡਿਕਰੀਜ਼ਡ। ਓਕੇ, ਯਾਨੀ ਕਿ ਹੋਰ ਅੱਗੇ ਮੁਸ਼ਕਲਾਂ ਆਈਆਂ ਲੋਕਾਂ ਵਾਸਤੇ ਜਿਨ੍ਹਾਂ ਨੇ ਇਨਵੈਸਟਮੈਂਟ ਕਰਨ ਦੀ ਸੋਚੀ ਹੋਈ ਹੈ। ਸੋ ਜੇ ਆਪਾਂ ਰਾਸ਼ੀ ਵਾਈਜ਼, ਹਾਂਜੀ ਹਾਂਜੀ ਹਾਂਜੀ, ਜੇ ਰਾਸ਼ੀ ਵਾਈਜ਼ ਅਸੀਂ ਦੇਖੀਏ ਤਾਂ ਰਾਸ਼ੀ ਵਾਈਜ਼ ਕਿਸ ਤਰੀਕੇ ਦਾ ਸਾਲ ਰਹਿਣ ਵਾਲਾ ਹੈ? ਦੇਖिए ਇਹਦੇ ਵਿੱਚ ਨਾ ਵੈਨ ਵੀ ਟਾਕ ਅਬਾਊਟ 2026, 5 ਰਾਸ਼ੀਆਂ ਬੜੀਆਂ ਜ਼ਬਰਦਸਤ ਤਰੀਕੇ ਦੇ ਨਾਲ ਐਕਟੀਵੇਟ ਹੋਣਗੀਆਂ। ਇੱਕ ਤਾਂ ਜੈਮਿਨਾਈ, ਸੋ ਇੱਕ ਕੈਂਸਰ ਤੇ ਇੱਕ ਲੀਓ। ਮੈਂ ਤੁਹਾਨੂੰ ਇਹਦਾ ਆਧਾਰ ਵੀ ਦੱਸ ਦਿੰਦੀ ਹਾਂ, ਦਾ ਰੀਜ਼ਨ ਕੀ ਹੈ। ਬੇਸਿਕਲੀ ਜਿਹੜਾ ਇਹ ਸਾਲ ਹੈ ਸਾਰੇ ਗ੍ਰਹਿ ਤਾਂ ਉਹੀਓ ਸੇਮ ਚੱਲ ਰਹੇ ਜਿਹੜੇ 2025 ਦੇ ਵਿੱਚ ਚੱਲ ਰਹੇ ਸੀਗੇ। ਸੋ ਦ ਓਨਲੀ ਪਲੈਨਟ ਦੈਟ ਇਜ਼ ਚੇਂਜਿੰਗ ਇਟਸ ਪੋਜੀਸ਼ਨ ਇਜ਼ ਜੁਪੀਟਰ, ਰਾਈਟ? ਕਿਉਂਕਿ ਗੁਰੂ ਇੱਕ ਇਹੋ ਜਿਹਾ ਪਲੈਨਟ ਹੈ ਜਿਹੜਾ ਕਿ ਆਪਣੇ ਆਪ 'ਚ ਇੱਕ ਬਹੁਤ ਸਾਤਵਿਕ ਪਲੈਨਟ ਹੈ। ਸੋ ਜਦ ਸਾਤਵਿਕ ਪਲੈਨਟ ਹੈ ਤੇ ਇਸ ਸਾਲ ਕਹਿੰਦੇ ਹੈ ਕਿ ਤੁਹਾਡੀ ਸ਼ਕਤੀ ਵਧਾਉਣ ਵਾਸਤੇ ਭਗਤੀ ਵਧਾਣੀ ਪਊਗੀ, ਰਾਈਟ? ਸੋ ਜਿੰਨਾ ਤੁਸੀਂ ਰੱਬ ਵੱਲ ਲੱਗਦੇ ਹੋ, ਪੀਸ ਵੱਲ ਆਪਣਾ ਆਪ ਨੂੰ ਰੱਖਦੇ ਹੋ, ਆਪਣੇ ਆਪ ਨਾਲ ਜੁੜਦੇ ਹੋ, ਹੈ ਨਾ? ਸੋ ਦਿਸ ਇਜ਼ ਗੋਇੰਗ ਟੂ ਗਿਵ ਯੂ ਅ ਬਿਊਟੀਫੁਲ ਐਂਡ ਪ੍ਰੋਮਿਸਿੰਗ ਰਿਜ਼ਲਟਸ। ਯੂ ਕੈਨ ਗੈਟ ਇਨਟੂ ਸਪਿਰਿਚੁਅਲਿਟੀ, ਯੂ ਕੈਨ ਗੈਟ ਇਨਟੂ ਅ ਸਾਇਲੈਂਸ ਪ੍ਰੋਗਰਾਮਸ, ਯੂ ਕੈਨ ਡੂ ਭਜਨਸ ਐਟ ਹੋਮ ਇਨ ਦ ਈਵਨਿੰਗ, ਨਾਮ ਜਪ ਸਕਦੇ ਹੋ, ਬੜਾ ਕੁਝ ਕਰ ਸਕਦੇ ਹੋ, ਬਿਕੋਜ਼ ਗੁਰੂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇਗਾ ਇਸ ਸਾਲ ਵਿੱਚ, ਹੈ ਨਾ? ਸੋ ਇਹਦੇ ਵਿੱਚ ਜਿਹੜੀਆਂ ਰਾਸ਼ੀਆਂ ਬਹੁਤ ਜ਼ਿਆਦਾ ਐਕਟੀਵੇਟ ਹੋਣਗੀਆਂ ਉਹ ਸਭ ਤੋਂ ਪਹਿਲਾਂ ਰਹੇਗੀ ਜੈਮਿਨਾਈ, ਜਿਹੜੀ ਕਿ ਪਹਿਲੇ 6 ਮਹੀਨੇ ਤੱਕ ਮਤਲਬ ਰਹੇਗੀ। ਜੁਪੀਟਰ ਵਿਲ ਬੀ ਇਨ ਜੈਮਿਨਾਈ, ਐਂਡ ਉਹਦੇ ਬਾਅਦ ਸੈਪਟੰਬਰ ਤੋਂ ਲੈ ਕੇ ਅਕਤੂਬਰ ਤੱਕ, ਸੌਰੀ ਜੁਲਾਈ ਤੋਂ ਲੈ ਕੇ ਸੈਪਟੰਬਰ ਤੱਕ ਜਿਹੜੀ ਜੁਪੀਟਰ ਰਹਿਣਗੇ ਉਹ ਉੱਚਦੇ ਹੋ ਜਾਣਗੇ, ਯਾਨੀ ਕਿ ਕੈਂਸਰ ਦੇ ਵਿੱਚ। ਉਹਦੇ ਬਾਅਦ ਜਿਹੜਾ ਲਾਸਟ ਦਾ 3 ਮੰਥਸ ਰਹਿਣਗੇ ਅਕਤੂਬਰ ਟੂ ਦਸੰਬਰ, ਉਹਦੇ ਵਿੱਚ ਜਿਹੜੇ ਜੁਪੀਟਰ ਹੈਗੇ ਉਹ ਲੀਓ ਦੇ ਵਿੱਚ ਚਲੇ ਜਾਣਗੇ। ਸੋ these 3 ਰਾਸ਼ੀਜ਼ will be activated and will be doing absolutely beautiful thing. New opportunities will come, new beginnings will happen, new properties they can make. So those things will be very good for these ਰਾਸ਼ੀਜ਼। Now ਹੁਣ ਜੇ ਆਪਾਂ ਗੱਲ ਕਰੀਏ another 2 ਰਾਸ਼ੀ ਜਿਹਦੇ ਵਿੱਚ ਰਾਹੂ ਹੈਗਾ, ਉਹ ਰਹੇਗੀ Aquarius ਔਰ Capricorn। Now Aquarius and Capricorn ਦੋਨਾਂ ਰਾਸ਼ੀਆਂ ਦੇ ਵਿੱਚ ਹੋਏਗਾ ਕਿ ਇਹਨਾਂ ਨੂੰ ਸਟਾਰਟਿੰਗ ਦੇ ਵਿੱਚ ਲੱਗੇਗਾ ਕਿ ਨਹੀਂ ਯਾਰ ਮੈਨੂੰ ਤਾਂ ਬੜੀ ਪ੍ਰੋਬਲਮ ਆ ਰਹੀ ਹੈ, ਮੇਰੇ ਕੋਲ ਤਾਂ ਪੈਸਾ ਨਹੀਂ ਹੈਗਾ, ਮੈਂ ਇਨਵੈਸਟਮੈਂਟ ਕਰਨੀ ਹੈ, they will be very confused as the Rahu will always make a situation. But after March, they will be greatly benefited, ਕਿਉਂਕਿ ਦੋਨੋਂ ਰਾਸ਼ੀਆਂ Capricorn ਵੀ ਔਰ Aquarius ਵੀ, ਸੋ ਇਹ 5 ਰਾਸ਼ੀਆਂ ਬਹੁਤ ਅੱਛੀ ਤਰ੍ਹਾਂ ਐਕਟੀਵੇਟ ਹੋਣਗੀਆਂ। ਇਹਨਾਂ ਲਈ ਇਹ ਸਾਲ ਬਹੁਤ ਹੀ ਵਧੀਆ ਰਹੇਗਾ। ਔਰ ਜਿਹੜੀਆਂ ਬਾਕੀ ਦੀਆਂ 7 ਰਾਸ਼ੀਆਂ ਰਹਿਣਗੀਆਂ, they are also going to get an average results. It's not that they're going to get a bad results. Only thing we have to be very careful for the Pisces ਰਾਸ਼ੀ, ਕਿਉਂਕਿ 60 ਚੱਲ ਰਹੀ ਹੈ ਔਰ ਜਿਹੜਾ ਸ਼ਨੀ ਹੈਗਾ ਉਹ Pisces ਰਾਸ਼ੀ ਦੇ ਵਿੱਚ ਹੀ ਹੈਗਾ। But they will also be saved by Bhakti because Jupiter is already in will be in the aspecting that Rashi, Pisces. So Shani or Guru di Rashi, so they will be connected and they will be very beautifully saving the Pisces people also. Yes. ਜੀ, ਔਰ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਥੋੜਾ ਉਹਨਾਂ ਵਾਸਤੇ ਵੀ ਦੱਸ ਦਿਓ ਕਿ ਕਿਸ ਚੀਜ਼ ਦਾ ਧਿਆਨ ਰੱਖਿਆ ਜਾ ਸਕਦਾ ਹੈ ਰਾਸ਼ੀਆਂ ਦੇ ਅਕੋਰਡਿੰਗ, ਕਿਉਂਕਿ ਇਹ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਹੁੰਦਾ ਹੈ ਕਿ ਅਸੀਂ ਚੀਜ਼ ਨੂੰ ਠੀਕ ਕਿਵੇਂ ਕਰ ਸਕਦੇ ਹਾਂ। ਜੇ ਕੋਈ ਚੀਜ਼ ਸਾਨੂੰ ਲੱਗ ਰਹੀ ਹੈ ਕਿ ਥੋੜਾ ਦਿੱਕਤ ਦੇ ਸਕਦੀ ਹੈ ਤਾਂ ਠੀਕ ਕਿੱਦਾਂ ਹੋਏਗੀ?
ਹਾਂਜੀ, ਦੇਖिए ਜੇ ਹੁਣ ਆਪਾਂ ਅਗਨੀ ਤੱਤਵ ਰਾਸ਼ੀ ਦੀ ਗੱਲ ਕਰੀਏ ਤੇ ਜਿਹਦੇ ਵਿੱਚ ਏਰੀਜ਼ ਆ ਜਾਂਦਾ ਹੈ, ਲੀਓ ਆ ਜਾਂਦਾ ਹੈ, ਸੈਜੀ ਆ ਜਾਂਦਾ ਹੈ। ਸੋ ਆਪਣੀ ਇਮੋਸ਼ਨਸ ਦੇ ਉੱਪਰ ਕੰਟਰੋਲ ਪਾਓ ਸਭ ਤੋਂ ਪਹਿਲਾਂ ਤਾਂ, ਹਨਾ। ਭਗਤੀ ਦੇ ਨਾਲ ਸ਼ਕਤੀ ਵਧਾਓ। ਦੂਜੀ ਚੀਜ਼, ਜੀ ਤੀਸਰੀ ਚੀਜ਼ ਜਿਹੜੀ ਤੁਸੀਂ ਇਹ ਜਿਹੜੀ ਅਗਨੀ ਤੱਤਵ ਰਾਸ਼ੀ ਹੈ, ਬਿਕੋਜ਼ ਸੂਰਯ ਦਾ ਸਾਲ ਹੈ, ਸੋ ਅਗਨੀ ਜ਼ਿਆਦਾ ਵਧੇਗੀ, ਜਲਦਬਾਜ਼ੀ ਕਰੋਗੇ। ਸੋ ਇਹ ਰਾਸ਼ੀਆਂ ਨੂੰ ਜਲਦਬਾਜ਼ੀ ਨਹੀਂ ਕਰਨੀ, ਰਾਈਟ। ਕੁਡ ਬੀ ਵੈਰੀ ਮਚ ਐਕਸੀਡੈਂਟ ਪ੍ਰੋਨ, ਸੋ ਡਰਾਈਵਿੰਗ ਬੜੇ ਧਿਆਨ ਦੇ ਨਾਲ ਕਰਨੀ ਹੈ। ਸੋ ਹੁਣ ਕੀ ਕਰ ਸਕਦੇ ਆ ਕਿ ਇਹ ਚੀਜ਼ਾਂ ਨਾ ਘਟਿਤ ਹੋਣ ਔਰ ਦੇ ਵਿਲ ਬੀ ਸੇਫ। ਸੋ ਆਪਾਂ ਗੁੜ ਦਾ ਦਾਨ ਕਰ ਸਕਦੇ ਹਾਂ 9 ਜਨਵਰੀ ਨੂੰ, ਠੀਕ ਹੈ। ਇਹ 9 ਜਨਵਰੀ ਨੂੰ ਇਹ ਤਿੰਨ ਰਾਸ਼ੀਆਂ ਗੁੜ ਦਾ ਦਾਨ ਕਰ ਸਕਦੀਆਂ, ਜੋ ਵੀ ਉਹਨਾਂ ਦੀ ਆਪਣੇ ਹਿਸਾਬ ਦੇ ਨਾਲ 1.25 ਕਿਲੋ ਕਰਨਾ ਹੈ, 2 ਕਿਲੋ, ਵਟ ਐਵਰ ਦੇ ਵਾਂਟ ਟੂ ਡੂ ਇਟ, ਦੇ ਕੈਨ ਡੂ ਇਟ। ਸੋ ਇਹ ਤਿੰਨ ਰਾਸ਼ੀਆਂ ਦੇ ਕੈਨ ਡੂ ਦਿਸ। ਬਾਕੀ ਜੇ ਹੁਣ ਆਪਾਂ ਮੂਵ ਔਨ ਕਰੀਏ ਵਾਟਰ ਯਾਨੀ ਕਿ ਜਲ ਤੱਤਵ ਰਾਸ਼ੀਆਂ ਤੇ, ਜਿਹੜੀ ਕਿ ਪਾਈਸਿਸ ਰਹੇਗੀ, ਸਕੋਰਪੀਅਨ ਰਹੇਗੀ ਔਰ ਕੈਂਸਰ ਰਹੇਗੀ। ਸੋ ਇਹ ਤਿੰਨ ਰਾਸ਼ੀਆਂ ਵਿਲ ਬੀ ਅਗੇਨ ਆਈ ਸੈਡ ਇਟ ਇਜ਼ ਗੋਇੰਗ ਟੂ ਬੀ ਗੁੱਡ ਈਅਰ ਫॉर them। ਸੋ ਇਹਨਾਂ ਲਈ ਇਹ ਕੀ ਕਰ ਸਕਦੇ ਆ ਦਾਨ ਵਿੱਚ, ਜਿੱਦਾਂ ਦੁੱਧ ਦਾ ਲੰਗਰ ਲਗਵਾ ਸਕਦੇ ਆ। ਸੋ ਪੂਰਨਮਾਸ਼ੀ ਤੇ, ਜੀ ਠੀਕ ਹੈ। ਤਾਂ ਗੁਰਦੁਆਰੇ 'ਚ ਤੁਸੀਂ ਦੁੱਧ ਦਾ ਲੰਗਰ ਲਗਵਾ ਦਿਓ, ਕੁਛ ਵੀ ਜਲ ਦਾ ਲੰਗਰ ਲਗਵਾ ਦਿਓ, ਵਟ ਐਵਰ you want to do, so that is also going to be helping them in any kind of a waterborne diseases, like ਜਿੱਦਾਂ ਸਰਦੀ ਦਾ ਮੌਸਮ ਹੈ, ਜ਼ੁਕਾਮ ਹੋਣਾ ਜਾਂ ਕਿਤੇ ਨਾ ਕਿਤੇ ਲੰਗਸ ਦੇ ਵਿੱਚ ਕੋਈ ਪ੍ਰੋਬਲਮ ਆਣੀ, ਤਾਂ ਯਾਨੀ ਕਿ ਇਮੋਸ਼ਨਸ ਰੈਗੂਲੇਟ ਨਹੀਂ ਹੋਣੀਆਂ। ਸੋ ਜਦ ਇਮੋਸ਼ਨਸ ਰੈਗੂਲੇਟ ਨਹੀਂ ਹੁੰਦੀਆਂ ਤਾਂ ਇਹ ਚੀਜ਼ਾਂ ਟਰਬਲ ਦਿੰਦੀਆਂ ਹੀ ਦਿੰਦੀਆਂ। ਸੋ doing these kind of things will help you and will be able to kind of feeling at ease with your own self। ਐਂਡ ਵਿੱਚ ਤਾਂ ਦੇਖੋ ਜੀ ਇਦਾਂ ਹੈਗਾ ਕਿ ਆਪਾਂ ਆਪਣੇ ਆਪ 'ਚ ਜਿੰਨਾ ਅੱਛਾ ਫੀਲ ਕਰਾਂਗੇ ਓਨਾ ਹੀ ਆਪਾਂ ਦੂਜਿਆਂ ਨੂੰ ਵੀ ਅੱਛਾ ਫੀਲ ਕਰਾਵਾਂਗੇ। ਸੋ ਬਿਲਕੁਲ this is what my intake is। ਇਹ so ਬਿਲਕੁਲ ਸਹੀ ਗੱਲ ਹੈ। ਬਟ ਜੇ ਅਸੀਂ ਵੱਖ-ਵੱਖ ਰਾਸ਼ੀਆਂ ਬਾਰੇ ਵੀ ਜਾਣਿਆ, ਹੁਣ ਵਪਾਰਕ ਤੌਰ ਦੇ ਉੱਤੇ ਜੇਕਰ ਅਸੀਂ ਜਾਣੀਏ ਔਰ ਨੌਕਰੀ ਪੇਸ਼ਾ ਲੋਕਾਂ ਦੇ ਲਈ ਜਾਣੀਏ, ਉਹ ਵੱਖ-ਵੱਖ ਦੋਵਾਂ ਦੇ ਬਾਰੇ ਤੁਸੀਂ ਜੇ ਦੱਸ ਦਿਓ ਤੇ। ਜੀ ਦੇਖिए, ਜੇ ਨੌਕਰੀ ਪੇਸ਼ਾ ਦੀ ਗੱਲ ਕਰੀਏ ਤੇ ਨੌਕਰੀ ਪੇਸ਼ਾ ਤਾਂ ਨੌਕਰੀ ਕਰ ਹੀ ਰਹੇ ਆ, ਤੇ ਜਿਨ੍ਹਾਂ ਨੂੰ, ਜਿੱਦਾਂ ਮੈਂ ਤੁਹਾਨੂੰ ਕਿਹਾ, 5 ਰਾਸ਼ੀਆਂ ਕਾਫੀ ਪ੍ਰਭਾਵਿਤ ਰਹਿਣਗੀਆਂ। ਕੈਪਰੀਕੌਨ ਹੋ ਗਈ, ਜਿਹਨੂੰ ਆਪਾਂ ਮਕਰ ਰਾਸ਼ੀ ਕਹੀਦਾ ਹੈ, ਜਾਂ ਫਿਰ ਆਪਾਂ ਐਕੁਆਰੀਅਨ ਰਾਸ਼ੀ ਕਹੀਦਾ ਹੈ। ਐਂਡ ਐਕੁਆਰੀਅਨ ਇਜ਼ ਕੁੰਭ, ਦੈਨ ਯੋਰ ਸਿੰਘ ਰਾਸ਼ੀ, ਯੋਰ ਕੰਨਿਆ ਐਂਡ ਕਰਕ ਰਾਸ਼ੀ। ਇਹ ਜਿਹੜੀਆਂ ਰਾਸ਼ੀਆਂ ਹੈਗੀਆਂ, ਨੌਕਰੀ ਪੇਸ਼ਾ ਜਿਹੜੇ ਲੋਕ ਇਹ ਰਾਸ਼ੀਆਂ ਦੇ ਵਿੱਚ ਆਉਂਦੇ ਆ, ਪ੍ਰਮੋਸ਼ਨਸ ਦੇ ਉਹਨਾਂ ਦੇ ਚਾਂਸਸ ਬਣਨਗੇ। ਐਜ਼ ਆਈ ਸੈਡ, ਇਟ ਇਜ਼ ਅ ਈਅਰ ਆਫ ਨਿਊ ਬਿਗਨਿੰਗਸ। ਪ੍ਰਮੋਸ਼ਨਸ ਹੋ ਸਕਦੀਆਂ, ਅ ਚੇਂਜ ਆਫ ਪਲੇਸ ਹੋ ਸਕਦਾ ਹੈ, ਅ ਜੌਬ ਕੈਨ ਬੀ ਚੇਂਜਡ ਫॉर them for a better, for ਜੀ better। ਸੋ ਇਹ 5 ਰਾਸ਼ੀਆਂ ਪ੍ਰਭਾਵਿਤ ਰਹਿਣਗੀਆਂ। ਔਰ ਖਾਸ ਕਰ ਜੀ ਹੁਣ ਆਪਾਂ ਕੁੰਭ ਰਾਸ਼ੀ ਦੀ ਗੱਲ ਕਰੀਏ ਤੇ ਕੁੰਭ ਰਾਸ਼ੀ ਦੇ ਵਿੱਚ ਬੇਸ਼ੱਕ ਸਾੜ ਸਤੀ ਚੱਲ ਰਹੀ ਹੈ, ਕਿਉਂਕਿ ਉਹਨਾਂ ਦਾ ਲਾਸਟ ਦਾ ਚਰਨ ਹੈ। ਸੋ ਅ ਬਿਗ ਚੇਂਜ you can see when it comes to a ਕੁੰਭ ਰਾਸ਼ੀ। ਐਂਡ ਆਲਸੋ ਕੁੰਭ ਰਾਸ਼ੀ ਇੱਕ ਬਹੁਤ ਪਵਿੱਤਰ ਰਾਸ਼ੀ ਮੰਨੀ ਜਾਂਦੀ ਹੈ। ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਹਰ 12 ਸਾਲ ਬਾਅਦ ਕੁੰਭ ਦਾ ਮੇਲਾ ਵੀ ਲੱਗਦਾ ਹੈ, ਜੀ ਰਾਈਟ। ਸੋ ਆਪਾਂ ਜੋਤਿਸ਼ ਦੇ ਵਿੱਚ ਇਹ ਕਹਿੰਦੇ ਕਿ ਜਿਹਦੀ ਕੁੰਭ ਰਾਸ਼ੀ ਹੁੰਦੀ ਹੈ, ਰਾਈਟ, ਜਿਹੜਾ ਵੀ ਗ੍ਰਹਿ ਕੁੰਭ ਰਾਸ਼ੀ 'ਚ ਆ ਜਾਂਦਾ ਹੈ, ਉਹ ਆਪਣੇ ਆਪ 'ਚ ਆਪਣੇ ਆਪ ਪਵਿੱਤਰ ਹੋ ਜਾਂਦਾ ਹੈ। ਸੋ ਕੁੰਭ ਰਾਸ਼ੀ will be highly benefited if they are in a job। ਸੋ ਦਿਸ ਇਜ਼ ਵਾਟ। ਐਂਡ ਜੇ ਹੁਣ ਬਿਜ਼ਨਸ ਦੀ ਗੱਲ ਕਰਦੇ ਹਾਂ, ਬਿਜ਼ਨਸ ਦੇ ਵਿੱਚ ਕਰਕ ਰਾਸ਼ੀ ਬਹੁਤ ਅੱਛੀ ਰਹੇਗੀ, ਸਕੋਰਪੀਓ ਰਾਸ਼ੀ ਬਹੁਤ ਅੱਛੀ ਰਹੇਗੀ, ਮੀਨ ਰਾਸ਼ੀ ਬਹੁਤ ਅੱਛੀ ਰਹੇਗੀ। ਇਹ ਰਾਸ਼ੀਆਂ ਬਹੁਤ ਹਾਈਲੀ ਇੰਪੈਕਟ ਹੋਣਗੀਆਂ ਬਿਜ਼ਨਸ ਦੇ ਵਿੱਚ। ਜੇ ਇਹਨਾਂ ਦਾ ਆਲਰੇਡੀ ਬਿਜ਼ਨਸ ਚੱਲ ਰਿਹਾ, ਕੁਝ ਲਾਸ ਚੱਲ ਰਿਹਾ, ਉਹਦੇ ਵਿੱਚ ਵੀ ਇਹਨਾਂ ਨੂੰ ਕਾਫੀ ਹੈਲਪ ਮਿਲੇਗੀ। ਔਰ ਇਫ ਦੇ ਵਾਂਟ ਟੂ ਇਨਕਰੀਜ਼ देयर ਬਿਜ਼ਨਸ, ਲੈਟਸ ਸੇ ਇਹਨਾਂ ਦੀ ਕੁਝ ਨਵੀਂ, ਇਹਨਾਂ ਨੇ ਆਪਣੀ ਬ੍ਰਾਂਚ ਖੋਲਣੀ ਹੈ, ਜਾਂ ਦੇ ਵਾਂਟ ਟੂ ਓਪਨ ਅਪ ਅ ਨਿਊ ਬਿਜ਼ਨਸ, ਸੋ that is also going to give them an excellent results। ਜੀ, ਸੋ ਮੈਨੂੰ ਉਮੀਦ ਹੈ ਕਿ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਕੋਈ ਫਾਇਦਾ ਜ਼ਰੂਰ ਹੋਏਗਾ ਇਹ ਜਾਣ ਕੇ, ਔਰ ਖੁਸ਼ ਵੀ ਬਹੁਤ ਹੋ ਰਹੇ ਹੋਣਗੇ ਜਿਨ੍ਹਾਂ ਨੂੰ ਬਹੁਤ ਚੰਗੇ ਅੱਗੇ ਜਿਹੜੇ ਰਿਜ਼ਲਟਸ ਨੇ ਮਿਲਣ ਵਾਲੇ ਨੇ। ਅਸੀਂ ਜ਼ਿਕਰ ਕੀਤਾ ਸੀ ਸੋਨੇ ਚਾਂਦੀ ਦੇ ਰੇਟ ਦਾ, ਉਹ ਤਾਂ ਹੋਇਆ, ਉਹ ਤਾਂ ਚਲੋ ਵੱਖਰੀ ਗੱਲ ਹੈ, ਪਰ ਜਿਹੜੇ ਆਮ ਲੋਕ ਨੇ ਉਹਨਾਂ ਦੀ ਜੇਬ ਦੇ ਉੱਤੇ ਬਹੁਤ ਬੋਝ ਪੈਂਦਾ ਹੋਇਆ ਨਜ਼ਰ ਆਉਂਦਾ ਹੈ। ਤਾਂ ਮਹਿੰਗਾਈ ਤੋਂ ਕਿਤੇ ਕੋਈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ, ਜਾਂ ਫਿਰ ਉਸੇ ਤਰੀਕੇ ਅੱਗੇ ਹੀ ਵਧਣਾ ਉਸਨੇ ਵੀ? ਦੇਖिए, ਜੇ ਸੋਨੇ ਚਾਂਦੀ ਦੀ ਗੱਲ ਕਰੀਏ ਉਹਦੇ ਵਿੱਚ ਤਾਂ ਆਈ ਡੋਂਟ ਸੀ ਮਚ ਚੇਂਜਸ। ਜੀ ਤੁਹਾਨੂੰ ਦੱਸਿਆ ਅਕਤੂਬਰ ਤੱਕ ਤਾਂ ਇਹ ਰੇਟ ਇਸ ਤਰ੍ਹਾਂ ਹੀ ਰਹੇਗਾ, ਕਿਉਂਕਿ ਜਦ ਵੀ ਆਪਾਂ ਸੋਨੇ ਚਾਂਦੀ ਦੀ ਕਿਤੇ ਵੀ ਗੱਲ ਕਰਦੇ ਹਾਂ ਤਾਂ ਇਹ ਵੀ ਗੁਰੂ ਗ੍ਰਹਿ ਤੋਂ ਹੀ ਦੇਖਿਆ ਜਾਂਦਾ ਹੈ, ਠੀਕ ਹੈ। ਸੋ ਉਹ ਆਪਣੀਆਂ ਰਾਸ਼ੀਆਂ ਚੇਂਜ ਕਰਨਗੇ ਤਾਂ ਇਹ ਉੱਪਰ ਜਾ ਸਕਦਾ, ਸੋਨਾ ਥੱਲੇ ਨਹੀਂ ਆਏਗਾ।
ਰਾਈਟ। ਔਰ ਜੇ ਮਹਿੰਗਾਈ ਦੀ ਗੱਲ ਕਰਦੇ ਹਾਂ ਤਾਂ ਮਹਿੰਗਾਈ ਵੀ ਬਿਕੋਜ਼ ਪੋਲੀਟੀਕਲ ਸਟੇਬਿਲਿਟੀ ਵਿਲ ਓਨਲੀ ਬੀ ਸੀਨ ਆਫਟਰ ਜੂਨ, ਉਸ ਤੋਂ ਪਹਿਲਾਂ ਇਟ ਇਜ਼ ਨਾਟ ਦੇयर। ਸੋ ਜਿਹੜੀ ongoing ਸਿਚੁਏਸ਼ਨ ਹੈ ਇਟ ਲੁਕਸ ਲਾਈਕ ਐਜ਼ ਇਟ ਇਜ਼ ਗੋਇੰਗ ਟੂ ਬੀ ਗੋਇੰਗ ਲਾਈਕ ਦੈਟ। ਅਸੀਂ ਹੈਲੋ, ਸਮਝੀਏ ਪੋਲਿਟਿਕਸ ਨੂੰ, ਤੇ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਹਾਂਜੀ, ਹਾਂਜੀ। ਮੈਂ ਕਿ ਜੇ ਪੂਰੇ ਭਾਰਤ ਦੇ ਸੰਦਰਭ ਦੇ ਨਾਲ ਅਸੀਂ ਸਮਝੀਏ, ਕਿਉਂਕਿ ਕਾਫੀ ਮੁਸ਼ਕਿਲ ਸਮਾਂ ਭਾਰਤ ਦੇ ਲਈ ਵੀ ਰਿਹਾ ਹੈ, ਕਿਉਂਕਿ ਚਾਹੇ ਉਹ ਆਪਰੇਸ਼ਨ ਸਿੰਦੂਰ ਦੀ ਅਸੀਂ ਗੱਲ ਕਰ ਲਈਏ, ਚਾਹੇ ਹੜ੍ਹਾਂ ਦੀ ਸਥਿਤੀ ਦੀ ਅਸੀਂ ਗੱਲ ਕਰ ਲਈਏ, ਕਾਫੀ ਮੁਸ਼ਕਿਲ ਭਰਿਆ ਸਾਲ ਰਿਹਾ ਸੀਗਾ। ਤਾਂ ਪੂਰੇ ਦੇਸ਼ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਰਹਿਣ ਵਾਲਾ? ਨਹੀਂ, ਡੈਫੀਨੇਟਲੀ ਜੀ, ਜਿਹੜਾ ਇਹ ਸਾਲ ਨਿਕਲਿਆ ਹੈ ਬਹੁਤ ਮੁਸ਼ਕਿਲ ਸਾਲ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਬਟ ਜਿਹੜਾ ਇਹ ਆਉਣ ਵਾਲਾ ਸਾਲ ਹੈ, ਸਭ ਤੋਂ ਪਹਿਲੀ ਗੱਲ ਤਾਂ ਇਹਦੀ ਸ਼ੁਰੂਆਤ ਹੀ ਤ੍ਰਿਓਦਸ਼ੀ ਤਿਥੀ ਤੋਂ ਹੋ ਰਹੀ ਹੈ। ਹੁਣ ਜੇ ਆਪਾਂ ਤ੍ਰਿਓਦਸ਼ੀ ਤਿਥੀ ਦੀ ਗੱਲ ਕਰੀਏ, ਯਾਨੀ ਕਿ ਸ਼ਿਵ ਦੀ ਤਿਥੀ ਹੁੰਦੀ ਹੈ। ਸੋ all those things that are not needed for a state's benefit or a country's benefit or a individual benefit, ਉਹ ਆਪਣੇ ਆਪ ਹੀ ਨਿਕਲਦੀਆਂ ਜਾਣਗੀਆਂ। ਟੈਕਨੋਲੋਜੀ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਹੀ ਐਡਵਾਂਸਮੈਂਟ ਆਏਗੀ। you will see amazing things happening, there will be new things coming in for this year। ਜੇ ਹੁਣ ਆਪਾਂ ਇਹ ਜਿਹੜਾ ਸਾਲ ਸਾਡਾ 2025 ਦੇ ਨਾਲ ਤੁਲਨਾ ਕਰੀਏ ਤੇ 2026 ਡੈਫੀਨੇਟਲੀ ਮੋਰ ਸਟੇਬਲ ਈਅਰ ਹੈਗਾ ਜੀ। ਔਰ ਕ੍ਰਾਈਮ ਦੇ ਮਾਮਲੇ ਦੇ ਵਿੱਚ, ਹਾਲਾਂਕਿ ਉਮੀਦ ਹਰ ਕੋਈ ਹੁਣੇ ਹੀ ਸੁਣਨਾ ਚਾਹੁੰਦਾ ਹੋਏਗਾ ਕਿ ਉਹ ਘਟਣਗੇ, ਉਹਦੇ ਵਿੱਚ ਕੋਈ ਨਹੀਂ ਚਾਹੁੰਦਾ ਹੋਏਗਾ ਕਿ ਕੁਝ ਵਧਾਵਾ ਹੋਵੇ। देखिए, ज्योतिष शास्त्र ਵਿੱਚ ਇਦਾਂ ਕ੍ਰਾਈਮ ਦੇ ਬਾਰੇ ਤਾਂ ਕੁਝ ਨਹੀਂ। this is a very out of box question now if you asked। so basically ਮੈਨੂੰ ਲੱਗਦਾ ਹੈ ਕਿ ਜਦ ਵੀ ਕੋਈ ਵੀ ਚੀਜ਼ ਗਲਤ ਹੁੰਦੀ ਹੈ, ਰਾਈਟ, ਚਾਹੇ ਉਹ ਆਪਾਂ ਕਿਸੇ ਦੀ ਚੀਜ਼ ਦੀ ਵੀ ਗੱਲ ਕਰੀਏ, ਉਹ ਮੈਂਟਲ ਹੈਲਥ ਦੀ ਗੱਲ ਕਰ ਲਈਏ, ਜਾਂ ਡਰੱਗਸ ਦੀ ਗੱਲ ਕਰ ਲਈਏ, ਜਾਂ ਕ੍ਰਾਈਮ ਦੀ ਗੱਲ ਕਰ ਲਈਏ, ਜਾਂ ਚੋਰੀ ਦੀ ਗੱਲ ਕਰ ਲਈਏ, ਲੜਾਈ ਝਗੜੇ ਦੀ ਗੱਲ ਕਰ ਲਈਏ, this is all to do with the person, his own self, ਹੈ ਨਾ। ਸੋ ਉਹਦੇ ਲਈ ਮੈਨੂੰ ਲੱਗਦਾ ਹੈ ਜੇ ਆਪਾਂ ਸਾਰੇ ਘਰਾਂ ਵਿੱਚ ਭਗਤੀ ਕਰੀਏ, ਅੱਛੇ ਸੰਸਕਾਰ ਦਈਏ, ਔਰ ਜਿੰਨਾ ਆਪਾਂ ਆਪਣੇ ਲੈਵਲ ਤੇ ਕਰ ਸਕਦੇ ਹਾਂ, ਹੈ ਨਾ। ਸੋ ਮੈਨੂੰ ਲੱਗਦਾ ਹੈ ਅੱਛੀਆਂ ਚੀਜ਼ਾਂ ਅੱਛਾਈ ਨੂੰ ਵਧਾਉਂਦੀਆਂ, ਔਰ ਬੁਰੀਆਂ ਚੀਜ਼ਾਂ ਬੁਰਾਈ ਨੂੰ ਵਧਾਉਂਦੀਆਂ। ਸੋ everything starts from you। ਸੋ ਮੈਨੂੰ ਲੱਗਦਾ ਕਿ ਜੇ ਹੁਣ ਆਪਾਂ ਆਪਣੀ ਕੋਸ਼ਿਸ਼ ਇਹ ਕਰ ਲਈਏ ਤਾਂ we can definitely help in minimizing crime। ਜੀ ਬਿਲਕੁਲ, ਸਮਾਂ ਵੈਸੇ ਤਾਂ ਹੋ ਰਿਹਾ, ਪਰ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਅਸੀਂ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ? ਹੈਪੀ ਨਿਊ ਈਅਰ। ਹੈਪੀ ਨਿਊ ਈਅਰ ਮੈਮ। ਜੀ ਥੈਂਕ ਯੂ। ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਮੈਮ ਬਲਵਿੰਦਰ ਸਿੰਘ ਧੂਰੀ ਤੋਂ ਬੋਲ ਰਿਹਾ ਜੀ। ਜੀ ਕੀ ਕਹਿਣਾ ਚਾਹੁੰਦੇ ਹੋ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਮ, ਬੇਟੀ ਦੀ ਜੋ ਰਾਸ਼ੀ ਹੈ ਉਹ ਤੁਹਾਨੂੰ ਹੈ, ਤੇ ਬੇਟੇ ਦੀ ਰਾਸ਼ੀ ਕੰਨਿਆ ਹੈ, ਤਾਂ ਉਹਨਾਂ ਬਾਰੇ ਪਤਾ ਕਰਨਾ ਸੀ ਵੀ ਨਵਾਂ ਸਾਲ ਕਿੱਦਾਂ ਰਹੂਗਾ ਜੀ। ਅੱਛਾ ਜੀ, ਦੇਖੋ ਧਨੂ ਰਾਸ਼ੀ ਦੇ ਵਿੱਚ ਤਾਂ ਸਾੜ ਸਤੀ ਦੀ ਸ਼ੁਰੂਆਤ ਹੋ ਗਈ ਹੈ ਨਾ। ਸੋ ਬੇਸਿਕਲੀ ਨਹੀਂ, ਧਨੂ ਰਾਸ਼ੀ ਉਹਨਾਂ ਦੀ। ਅੱਛਾ, ਸੋ ਧਨੂ ਰਾਸ਼ੀ ਵਿਲ ਬੀ ਗੁੱਡ। ਐਂਡ ਦੂਜੀ ਰਾਸ਼ੀ ਤੁਸੀਂ ਕੰਨਿਆ ਦੱਸੀ ਹੈ ਨਾ। ਜੀ, ਕੰਨਿਆ ਰਾਸ਼ੀ ਅੱਛਾ ਸਾਲ ਰਹੇਗਾ ਜੀ, ਬਹੁਤ ਵਧੀਆ ਸਾਲ ਰਹੇਗਾ। ਧਨੂ ਰਾਸ਼ੀ ਵਾਲੇ ਬਸ ਇਹ ਕੰਮ ਕਰ ਸਕਦੇ ਕਿ ਆਪਣਾ ਜਿੱਦਾਂ ਮਾਂ ਬਾਪ ਦਾ ਆਸ਼ੀਰਵਾਦ ਲਓ, ਆਪਣੇ ਅਗੇਨ ਜਿੰਨਾ ਪੀਸ ਬੇਟੇ ਦੀ ਬਣਾ ਰਾਸ਼ੀ ਸਕਦੇ ਹੋ ਕੰਨਿਆ ਘਰ ਦੇ ਵਿੱਚ ਉਹ ਕਰ ਸਕਦੇ ਆ। ਔਰ ਇੱਕ ਚੀਜ਼ ਹੋਰ ਕਰ ਸਕਦੇ ਆ, ਦੇ ਕੈਨ ਇਫ ਦੇ ਟੇਕ ਨੋਨ ਵੈਜ, ਬਿਕੋਜ਼ ਆਈ ਡੋਂਟ ਰੀਅਲੀ ਪ੍ਰਮੋਟ ਨੋਨ ਵੈਜ ਟੂ ਮੱਚ। ਸੋ ਮੈਨੂੰ ਲੱਗਦਾ ਹੈ ਕਿ ਜੇ ਨੋਨ ਵੈਜ ਨਹੀਂ ਖਾਂਦੇ ਤਾਂ ਬਹੁਤ ਵਧੀਆ ਗੱਲ ਹੈ, ਜੇ ਖਾਂਦੇ ਆ ਤਾਂ ਦੇ ਕੈਨ ਸਟਾਪ ਈਟਿੰਗ ਨੋਨ ਵੈਜ ਔਨ ਥਰਸਡੇਜ਼। ਸੋ ਇਟ ਵੁੱਡ ਬੀ ਵੈਰੀ ਗੁੱਡ।